वाहिगुरु साहिब जी। ज्यों बुलावै त्यों बोले स्वामी, कुदरत कवन हमारी। साध संग नानक जस गायो, जो प्रभ की अत प्यारी। जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराए तेहा करी वख्यान। तेरे कवन कवन गुण कह कह गावा, तू साहिब गुनी निधाना। तुमरी महिमा बरन न सको, तू ठाकुर ऊच भगवाना। सुखाओ होटल गुर सेविय, निस सहज सुभाए। दर्शन परसिया गुरु कै, जन्म मरण दुख जाए। होवै सिफत खसमदी, नूर अरसों कुरसों चटिया। तुद डिठे सच्चे पातशाह, माल जन्म जन्म दी कटिया। सजन सच्चा पातशाह, सिर शाहां दे साओ। जिस पास बैठया सोही है, सबना दा वेसाहो। जिस पास बैठया सोही है, सबना दा वेसाहो। सतनाम श्री वाहिगुरु साहिब जीओ। सोरठ महला नवा, रे नर एह साची जी तार। सगल जगत है जैसे सुपना, बिन सत लगत न मार। रहो बारू पीत बनाई रच पच, रहत नहीं दिन चार। तैसे ही यह सुख माया के, उर्जियो कहाँ गवार। रे नर एह साची जी तार। वाहिगुरु जी का खालसा, वाहिगुरु जी की फतेह। धन धन सतगुरु श्री गुरु ग्रंथ साहिब जियां दी पवित्र पावन हजूरी अंदर अमृत वेले तो महाराज जियां ने महान रहमत करके सोहने सुंदर दीवान आपां नूं बख्शिश कीते। जो आप संगतां ने सतगुरां दी गुरबाणी दे नितनेम
ਅੰਮ੍ਰਿਤ ਬਾਣੀ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸ੍ਰੀ ਜਪਜੀ ਸਾਹਿਬ ਜੀਆਂ ਦੇ ਪਾਠ ਸਰਵਣ ਕੀਤੇ। ਉਸ ਤੋਂ ਉਪਰੰਤ ਸ੍ਰੀ ਜਾਪ ਸਾਹਿਬ, ਤਵਾ ਪ੍ਰਸਾਦ ਸਵਈਏ, ਸ੍ਰੀ ਚੌਪਈ ਸਾਹਿਬ ਅਤੇ ਆਨੰਦ ਸਾਹਿਬ ਦੇ ਪਾਠ, ਜੋ 5 ਬਾਣੀਆਂ ਅੰਮ੍ਰਿਤ ਛਕਣ ਤੋਂ ਉਪਰੰਤ 5 ਪਿਆਰੇ ਸਾਹਿਬਾਨ ਬਖਸ਼ਿਸ਼ ਕਰਕੇ ਦੱਸਦੇ ਨੇ ਕਿ ਇਹਨਾਂ ਬਾਣੀਆਂ ਦਾ ਨਿਤਨੇਮ ਕਰਨਾ ਹੈ। ਉਹ ਬਾਣੀਆਂ ਆਪ ਸੰਗਤਾਂ ਨੇ ਗੁਰੂ ਦਰਬਾਰ ਵਿੱਚ ਨਿਤਨੇਮ ਦੇ ਰੂਪ ਵਿੱਚ ਸਰਵਣ ਕੀਤੀਆਂ। ਉਸ ਤੋਂ ਉਪਰੰਤ ਆਸਾ ਦੀ ਵਾਰ ਗੁਰੂ ਨਾਨਕ ਪਾਤਸ਼ਾਹ ਔਰ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਇਹ ਬਾਣੀ ਉਚਾਰੀ ਹੈ। ਆਸਾ ਦੀ ਵਾਰ, ਮਨ ਦੀਆਂ ਆਸਾਂ ਪੂਰੀਆਂ ਕਰਨ ਵਾਲੀ। ਇਸ ਬਾਣੀ ਨੂੰ ਆਪ ਸੰਗਤ ਨੇ ਕੀਰਤਨ ਦੇ ਰੂਪ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਇਸ ਵੇਲੇ ਆਪਾਂ ਲੜੀਵਾਰ ਗੁਰਬਾਣੀ ਦੀ ਜੋ ਕਥਾ ਸਤਿਗੁਰੂ ਜੀ ਸਾਨੂੰ ਅੰਮ੍ਰਿਤ ਵੇਲੇ ਬਖਸ਼ਿਸ਼ ਕਰਦੇ ਨੇ, ਇਸ ਨੂੰ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਹਾਂ। ਸੋਠ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ 12 ਸ਼ਬਦ ਜਿਹੜੇ ਨੇ ਆਪਾਂ ਪਹਿਲਾਂ ਸਰਵਣ ਕੀਤੇ ਸਨ। ਉਸ ਤੋਂ ਉਪਰੰਤ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਵੀ 12 ਸ਼ਬਦ ਆਪਾਂ ਇਸ ਰਾਗ ਵਿੱਚ ਪਹਿਲਾਂ ਸਰਵਣ ਕਰ ਰਹੇ ਨੇ। ਗੁਰੂ ਰਾਮਦਾਸ ਮਹਾਰਾਜ ਜੀਆਂ ਦੇ 9 ਸ਼ਬਦ ਜਿਹੜੇ ਨੇ ਆਪਾਂ ਸਰਵਣ ਕਰ ਆਏ ਹਾਂ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ 94 ਸ਼ਬਦ ਜੋ ਹਨ, ਉਹ ਹੁਣ ਤੱਕ ਆਪਾਂ ਇਸ ਸੋਠ ਰਾਗ ਦੇ ਵਿੱਚ ਸਰਵਣ ਕਰ ਲਏ ਨੇ। ਅਤੇ ਹੁਣ 12 ਹੀ ਸ਼ਬਦ ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਜਿਹਦੇ ਵਿੱਚੋਂ ਆਪਾਂ 7 ਸ਼ਬਦ ਜਿਹੜੇ ਸਰਵਣ ਕਰ ਲਏ ਨੇ। ਅੱਜ 8ਵਾਂ ਸ਼ਬਦ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ 12 ਸ਼ਬਦਾਂ ਵਿੱਚੋਂ ਇਹ ਸਾਨੂੰ ਪ੍ਰਾਪਤ ਹੋ ਰਿਹਾ ਹੈ, ਉਸ ਦਾ ਉਪਦੇਸ਼ ਆਪਾਂ ਸਰਵਣ ਕਰਨ ਜਾ ਰਹੇ ਹਾਂ। ਸੋ ਸੰਗਤ ਦੀ ਜਾਣਕਾਰੀ ਵਾਸਤੇ ਅੱਜ 633 ਅੰਗ ਦੇ ਉੱਪਰ ਇਹ ਕਥਾ ਦਾ ਸ਼ਬਦ ਆਪਾਂ ਸਰਵਣ ਕਰਾਂਗੇ। ਇੱਥੋਂ ਤੱਕ ਗੁਰੂ ਨਾਨਕ ਦੇਵ ਪਾਤਸ਼ਾਹ, ਗੁਰੂ ਅਮਰਦਾਸ ਮਹਾਰਾਜ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ 12 ਸ਼ਬਦ ਇੱਥੇ ਦਰਜ ਕਰਵਾਏ ਜਾਂ ਕੀਤੇ ਗਏ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ ਵੱਲੋਂ। ਅੱਜ ਦਾ ਇਹ ਸ਼ਬਦ ਆਪਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੈਰਾਗਮਈ ਉਪਦੇਸ਼ ਦੇ ਦੁਆਰਾ ਬਖਸ਼ਿਸ਼ ਕਰਦੇ ਨੇ। ਆਓ ਆਪਣੇ ਮਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਨਾਵਾ। ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਮਾਤਾ ਸਾਹਿਬ ਮਾਤਾ ਨਾਨਕੀ ਜੀਆਂ ਦੇ ਪੁੱਤਰ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਸਪੁੱਤਰ ਨੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ। ਐਸੇ ਸਤਿਗੁਰੂ ਜੀ ਸੋ ਜਿਨ੍ਹਾਂ ਦੇ ਪਿਤਾ ਵੀ ਗੁਰੂ ਹਨ, ਜਿਨ੍ਹਾਂ ਦੇ ਦਾਦਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਪਿਤਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਗੁਰੂ ਹਨ, ਜਿਸ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪੜਦਾਦਾ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਵੀ ਗੁਰੂ ਹਨ, ਜਿਸ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਭਰਾ ਦੇ ਪੁੱਤਰ ਧੰਨ ਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਭਤੀਜੇ ਨੇ, ਉਹ ਵੀ ਗੁਰੂ ਹਨ। ਅਤੇ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਭਰਾ ਦੇ ਪੋਤਰੇ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਵੀ ਗੁਰੂ ਹਨ। ਅਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸਪੁੱਤਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਵੀ ਗੁਰੂ ਹਨ। ਐਸੇ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਜਿਨ੍ਹਾਂ ਦੀ ਰਿਸ਼ਤੇਦਾਰੀ ਵਿੱਚ ਗੁਰੂ ਪਦਵੀ ਜਿਹੜੀ ਹੈ ਉਹ ਗੁਰੂ ਰਾਮਦਾਸ ਪਾਤਸ਼ਾਹ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਤੱਕ, ਸੋ ਇਹ ਗੁਰੂ ਸਾਹਿਬਾਨ ਮਹਾਰਾਜ ਸਾਹਿਬ ਜੀਆਂ ਦੇ
ਪੜਦਾਦਾ ਜੀ, ਫਿਰ ਦਾਦਾ ਜੀ, ਫਿਰ ਪਿਤਾ ਜੀ, ਤੇ ਇਸੇ ਤਰ੍ਹਾਂ ਭਤੀਜਾ, ਫਿਰ ਇਸੇ ਤਰ੍ਹਾਂ ਪੋਤਰਾ, ਤੇ ਫਿਰ ਆਪ ਗੁਰਤਾ ਗੱਦੀ ਤੇ ਬੈਠੇ। ਇਸ ਤੋਂ ਬਾਅਦ ਵਿੱਚ ਫਿਰ ਆਪਣੇ ਪੁੱਤਰ ਨੂੰ ਗੁਰਤਾ ਗੱਦੀ ਤੇ ਬਿਠਾਇਆ। ਐਸੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਹਨ, ਸਤਿਗੁਰਾਂ ਦਾ ਵੈਰਾਗਮਈ ਉਪਦੇਸ਼ ਬਖਸ਼ਦੇ ਹਨ। ਰੇ ਨਰ ਇਹ ਸਾਚੀ ਜੀ ਧਾਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਜਿਹੜਾ ਹੈ ਨਾ, ਇਹ ਮਨੁੱਖ ਲੁਕਾਈ ਨੂੰ ਦਿੰਦੇ ਨੇ, ਕਿਉਂਕਿ ਜਿਹੜਾ ਮਨੁੱਖ ਹੈ ਇਹ ਮਨੁੱਖ ਬਣਨ ਦਾ ਯਤਨ ਨਹੀਂ ਕਰਦਾ, ਇੱਕ ਬੰਦਾ ਬਣਨ ਦਾ ਯਤਨ ਨਹੀਂ ਕਰਦਾ। ਪਸ਼ੂ ਆਪਣੀ ਜਗ੍ਹਾ 'ਤੇ ਠੀਕ ਹੈ, ਕਿਉਂਕਿ ਪਸ਼ੂ ਨੂੰ ਜਿੰਨੀ ਕੁ ਮਹਾਰਾਜ ਨੇ ਬੁੱਧੀ ਦਿੱਤੀ ਹੈ, ਜਿੰਨਾ ਕੁ ਉਸ ਨੂੰ ਅਕਲ ਜਾਂ ਸਮਝ ਦਿੱਤੀ ਹੈ, ਉਹ ਉਹਦੇ ਮੁਤਾਬਕ ਅੱਜ ਵੀ ਚੱਲਦਾ। ਜਦੋਂ ਤੋਂ ਪਸ਼ੂ ਦਾ ਜਨਮ ਹੋਇਆ, ਜਦੋਂ ਤੋਂ ਇਹ ਪਸ਼ੂ ਬਣੇ ਨੇ, ਜਿਵੇਂ ਪਰਮਾਤਮਾ ਨੇ ਉਹਨਾਂ ਨੂੰ ਮੱਤ ਸਮੱਤ ਦਿੱਤੀ, ਉਸ ਮੁਤਾਬਕ ਅੱਜ ਵੀ ਉਹ ਆਪਣੇ ਕਾਰਜਾਂ ਕੰਮਾਂ ਨੂੰ ਕਰਦੇ। ਪਰ ਇੱਕ ਮਨੁੱਖ ਇਹੋ ਜਿਹਾ ਜਿਹੜਾ ਆਪਣੇ ਕੰਮ ਨੂੰ ਨਹੀਂ ਕਰਦਾ, ਜੋ ਦੱਸਿਆ ਗਿਆ ਉਪਦੇਸ਼ ਉਹਦੇ ਉੱਪਰ ਨਹੀਂ ਚੱਲਦਾ, ਸਗੋਂ ਕੁਦਰਤ ਦੀ ਹੋਂਦ ਮਟਾਉਣ ਵਾਸਤੇ, ਕੁਦਰਤ ਦੇ ਨਾਲ ਮੱਥਾ ਲਾਉਣ ਵਾਸਤੇ ਨਵੀਆਂ ਨਵੀਆਂ ਕਾਢਾਂ ਕੱਢਦਾ, ਨਵੇਂ ਨਵੇਂ ਕੰਮ ਕਰਦਾ, ਜਾਂ ਕਹਿ ਲਈਏ ਆਪਣੇ ਵੱਲੋਂ ਨਵੇਂ ਨਵੇਂ ਕ੍ਰਿਸ਼ਮੇ ਹੀ ਕਰਦਾ ਹੈ। ਪਰ ਇੰਨਾ ਕੁਝ ਕਰਨ ਦੇ ਬਾਵਜੂਦ ਕੁਦਰਤ ਦਾ ਮੁਕਾਬਲਾ ਫਿਰ ਵੀ ਇਹ ਕਰ ਨਹੀਂ ਪਾਇਆ, ਸਗੋਂ ਕੁਦਰਤ ਨੂੰ ਵਿਗਾੜਨ ਵਾਸਤੇ ਲੱਗਾ ਹੋਇਆ ਹੈ, ਨਵੀਆਂ ਨਵੀਆਂ ਯੋਜਨਾਵਾਂ ਬਣਾ ਲੈਂਦਾ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ, ਰੇ ਨਰ, ਐ ਬੰਦਿਆ ਤੂੰ ਬੰਦਾ ਨਹੀਂ ਬਣਦਾ, ਬਾਕੀ ਤੇ ਸਾਰੀਆਂ ਜੂਨਾਂ ਆਪੋ ਆਪਣੇ ਸੋ ਕੀਤੇ ਕਿਰਦਾਰ ਵਿੱਚ ਕੰਮ ਵਿੱਚ ਲੱਗੀਆਂ ਹੋਈਆਂ। ਸੋ ਜਿਵੇਂ ਕੁੱਤੇ ਨੂੰ ਮਹਾਰਾਜ ਨੇ ਵਫਾਦਾਰੀ ਦਾ ਗੁਣ ਦਿੱਤਾ ਹੈ, ਉਹ ਤੇ ਮਾਲਕ ਦੇ ਦਰ 'ਤੇ ਬੈਠਾ ਹੋਇਆ ਵਫਾਦਾਰੀ ਨਿਭਾਉਂਦਾ ਪਿਆ ਹੈ, ਪਰ ਐ ਮਨੁੱਖ ਤੂੰ ਮਾਲਕ ਪਰਮਾਤਮਾ ਦੇ ਨਾਲ ਵਫਾਦਾਰੀ ਨਹੀਂ ਨਿਭਾਉਂਦਾ, ਸਗੋਂ ਤੂੰ ਉਹਦੇ ਨਾਲ ਚਲਾਕੀ ਕਰਦਾ ਹੈ, ਉਹਦੀ ਬਰਾਬਰੀ ਕਰਨ ਦਾ ਯਤਨ ਕਰਦਾ। ਸਾਇੰਸ ਨੇ ਕਿੰਨੀ ਤਰੱਕੀ ਕੀਤੀ ਹੈ, ਸਾਇੰਸ ਦੀ ਤਰੱਕੀ ਦੇ ਨਾਲ ਮਨੁੱਖ ਕਿੱਥੋਂ ਤੇ ਕਿੱਥੇ ਪਹੁੰਚ ਗਿਆ ਹੈ, ਪਰ ਇਹਦੇ ਵਿੱਚ ਕਿਤੇ ਕਿਤੇ ਇਸ ਨੇ ਕੁਦਰਤ ਦੇ ਨਾਲ ਖਿਲਵਾੜ ਵੀ ਕੀਤਾ ਹੈ, ਕੁਦਰਤ ਨੂੰ ਵਿਗਾੜਿਆ ਵੀ ਹੈ। ਤਰੱਕੀ ਤੇ ਭਾਵੇਂ ਕੀਤੀ ਹੈ, ਪਰ ਕੁਦਰਤ ਦੀ ਹੋਂਦ ਨੂੰ ਮੰਨਿਆ ਨਹੀਂ, ਨਵੇਂ ਨਵੇਂ ਤਜਰਬੇ ਤੇ ਕਰਦਾ ਹੈ। ਇਸਤਰੀ ਨੂੰ ਮਰਦ ਬਣਾ ਦਿੰਦਾ ਹੈ, ਮਰਦ ਨੂੰ ਇਸਤਰੀ ਬਣਾ ਦਿੰਦਾ ਹੈ, ਇਸ ਤਰ੍ਹਾਂ ਦੀਆਂ ਕਾਢਾਂ ਤੇ ਕੱਢ ਲਈਆਂ, ਪਰ ਇਹ ਸਰੀਰ ਦੀ ਬਣਤਰ ਨੂੰ ਤੇ ਬਣਾ ਲਿਆ, ਪਰ ਉਹਨਾਂ ਵਿੱਚੋਂ ਸੰਤਾਨ ਪੈਦਾ ਕਰਨ ਦਾ ਇਹਦੇ ਕੋਲ ਹਾਲੇ ਤਾਕਤ ਨਹੀਂ ਆਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਇਹ ਮਨੁੱਖ ਤਰੱਕੀ ਤੇ ਕਰਦਾ ਹੈ, ਨਵੀਆਂ ਨਵੀਆਂ ਕਾਢਾਂ ਤੇ ਕੱਢਦਾ ਹੈ, ਪਰ ਕੁਦਰਤ ਨੂੰ ਮੰਨਣ ਤੋਂ ਇਹ ਮੁਮੁਕਰ ਹੋ ਰਿਹਾ, ਕੁਦਰਤ ਨੂੰ ਮੰਨਣਾ ਨਹੀਂ ਚਾਹੁੰਦਾ, ਹੁਕਮ ਨੂੰ ਜਾਣਨਾ ਨਹੀਂ ਚਾਹੁੰਦਾ। ਪਰਮਾਤਮਾ ਨੇ ਜੰਮਣ ਤੇ ਮਰਨ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ, ਪਰ ਇਸ ਜੀਵ ਨੇ, ਇਸ ਮਨੁੱਖ ਨੇ ਉਹ ਵੀ ਆਪਣੇ ਹੱਥ ਵਿੱਚ ਕਰਨ ਦਾ ਯਤਨ ਕੀਤਾ ਹੈ। ਕੋਈ ਖੁਦਕੁਸ਼ੀ ਕਰਕੇ ਮਰ ਜਾਂਦਾ ਹੈ, ਕੋਈ ਜਨਮ ਲੈਣ ਤੋਂ ਪਹਿਲਾਂ ਬੱਚੇ ਨੂੰ ਮਾਰ ਦਿੰਦਾ ਹੈ। ਜਿਹੜੀਆਂ ਗੱਲਾਂ ਕੁਦਰਤ ਨੇ, ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ, ਉਹਨਾਂ ਗੱਲਾਂ ਨੂੰ ਇਹ ਮੰਨਣ ਨੂੰ ਤਿਆਰ ਨਹੀਂ ਹੈ। ਆਪਣੀ ਮੌਤ ਨੂੰ ਆਪਣੇ ਹੱਥ ਵਿੱਚ ਲੈ ਕੇ ਬੈਠਾ ਹੋਇਆ, ਜਦੋਂ ਚਾਹੁੰਦਾ ਹੈ ਖੁਦਕੁਸ਼ੀ ਕਰ ਲੈਂਦਾ ਹੈ। ਜਨਮ ਨੂੰ ਹੱਥ ਵਿੱਚ ਲੈ ਕੇ ਬੈਠਾ ਹੋਇਆ, ਜਦੋਂ ਮਰਦੀ ਭਰੂਣ ਹੱਤਿਆ ਕਰ ਦਿੰਦਾ ਹੈ। ਪਰਮਾਤਮਾ ਨੇ ਇਸਤਰੀ ਤੇ ਮਰਦ ਦੇ ਸਰੀਰ ਨੂੰ ਬਣਾਇਆ ਹੈ, ਇਹ ਉਹਨਾਂ ਸਰੀਰਾਂ ਨੂੰ ਬਦਲ ਦਿੰਦਾ ਹੈ, ਇਸਤਰੀ ਨੂੰ ਮਰਦ ਤੇ ਮਰਦ ਨੂੰ ਇਸਤਰੀ ਬਣਾ ਦਿੰਦਾ ਹੈ। ਇਹ ਮਨੁੱਖ ਜਿਹੜਾ ਹੈ, ਇਹ ਜੀਵ ਜਿਹੜਾ ਹੈ, ਇਹ ਕੁਦਰਤ ਦੇ ਕਹਿਣੇ ਵਿੱਚ ਨਹੀਂ ਹੈ, ਸੋ ਇਹ ਬੰਦਾ ਨਹੀਂ ਬਣਦਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਰੇ ਨਰ, ਐ ਮਨੁੱਖ ਇਹ ਬਚਨ ਨੂੰ ਚੰਗੀ ਤਰ੍ਹਾਂ ਪੱਲੇ ਬੰਨ੍ਹ ਲਾ। ਕਿਹੜਾ ਬਚਨ ਹੈ? ਇਹ ਸਾਚੀ ਜੀ ਧਾਰ, ਇਹ ਸੱਚਾ ਬਚਨ ਹੈ। ਜੀ ਨਾਮ ਹਿਰਦਾ, ਆਪਣੇ ਹਿਰਦੇ ਵਿੱਚ ਇਹ ਧਾਰਨ ਕਰ ਲੈ। ਜਿਹੜਾ ਬਚਨ ਤੈਨੂੰ ਅੱਜ ਦੱਸਣ ਲੱਗੇ ਆ, ਇਹ ਬਚਨ ਕੋਈ ਝੂਠਾ ਨਹੀਂ ਹੈ, ਕੋਈ ਤੁਰਿਆ ਫਿਰਿਆ ਅੱਗੋਂ ਪਿੱਛੋਂ ਸੁਣਿਆ ਹੋਇਆ ਬਚਨ ਨਹੀਂ ਹੈ। ਇਹ ਬਚਨ ਅਸੀਂ ਆਪਣੀ ਜ਼ਿੰਦਗੀ ਦਾ ਕਮਾਈ ਵਾਲਾ ਬਚਨ ਤੈਨੂੰ ਦੱਸਣ ਲੱਗੇ ਆ। ਪਰ ਉਹ ਬਚਨ ਦੱਸਾਂਗੇ ਤੈਨੂੰ ਤਾਂ ਜੇ ਤੂੰ ਇਹਨਾਂ ਬਚਨਾਂ ਨੂੰ ਮੰਨੇਗਾ ਤੇ
सतगुरु पातशाह कहन लगे यह साची जी धार, ये सच्चा बचन अपने जी हिरदे विच धारण कर लै, इसनूं चंगी तरह टका जो तैनूं असीं दसदे हां। सगल जगत है जैसे सुपना। महाराज साहब जी तो पुछया महाराज इहो जिहा किहड़ा बचन आप जी अज साडी झोली पा रहे हो साडा भला करन वास्ते। महाराज कहन लगे बचन ये है ये सारा संसार सुपने दे वांग है, ते सुपना जिहड़ा ना उसनूं मिथ्या आखिया गया। सुपने दे वांग ये मिथ्या पदार्थ ने। ਇਹਦੇ 'ਚ ਥੋੜ੍ਹਾ ਜਿਹਾ ਅਸੀਂ ਬਚਨ ਹੋਰ ਸਮਝ ਲਈਏ। ਮਿਥਿਆ ਪਦਾਰਥ ਉਹਨੂੰ ਆਖਿਆ ਹੈ ਜਿਵੇਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ। ਸੋ ਇਹ ਮਿਥਿਆ ਕਹਿ ਕੇ ਮਹਾਰਾਜ ਨੇ ਅੱਗੇ ਕਈਆਂ ਵਸਤੂਆਂ ਦਾ ਵਰਣਨ ਵੀ ਕੀਤਾ ਹੈ। ਮਿਥਿਆ ਉਹ ਵਸਤੂ ਕਹੀ ਜਾਂਦੀ ਹੈ ਜਿਹੜੀ ਪਹਿਲਾਂ ਨਹੀਂ ਹੈ ਅਤੇ ਬਾਅਦ ਵਿੱਚ ਵੀ ਨਹੀਂ ਹੋਵੇਗੀ, ਕੇਵਲ ਹੁਣ ਦਿਸਦੀ ਪਈ ਹੈ। ਜਿਵੇਂ ਆਪਾਂ ਕਹਿ ਲਈਏ ਸਾਡਾ ਸਰੀਰ ਹੈ, ਇਹ ਸਾਨੂੰ ਦਿਸਦਾ ਪਿਆ ਹੈ, ਪਰ ਜਨਮ ਤੋਂ ਪਹਿਲਾਂ ਇਹ ਸਰੀਰ ਕਿੱਥੇ ਸੀ? ਜਨਮ ਤੋਂ ਪਹਿਲਾਂ ਇਹ ਸਰੀਰ ਦਿਸਿਆ ਨਹੀਂ ਕਿਸੇ ਨੂੰ, ਹੁਣ ਹੀ ਦਿਸਿਆ ਹੈ। ਅਤੇ ਮਰਨ ਤੋਂ ਬਾਅਦ ਵਿੱਚ ਵੀ ਇਹ ਸਰੀਰ ਕਿਸੇ ਨੂੰ ਦਿਸੇਗਾ ਨਹੀਂ। ਇਸ ਕਰਕੇ ਇਸ ਸਰੀਰ ਨੂੰ ਆਖਿਆ ਜਾਂਦਾ ਮਿਥਿਆ। ਜਨਮ ਤੋਂ ਪਹਿਲਾਂ ਨਹੀਂ, ਮਰਨ ਤੋਂ ਬਾਅਦ ਵਿੱਚ ਨਹੀਂ। ਇਸੇ ਤਰ੍ਹਾਂ ਗੁਰਮੁਖੋ ਸੰਸਾਰ ਵੀ ਮਿਥਿਆ ਹੈ। ਇਹ ਸੰਸਾਰ ਬਣਨ ਤੋਂ ਪਹਿਲਾਂ ਕਿੱਥੇ ਸੀਗਾ ਅਤੇ ਜਦੋਂ ਇਹ ਸੰਸਾਰ ਸਾਰਾ ਖਤਮ ਹੋ ਜਾਵੇਗਾ ਕਿੱਥੇ ਚਲਾ ਜਾਵੇਗਾ ਇਹ ਕੋਈ ਪਤਾ ਨਹੀਂ ਹੈ, ਕੇਵਲ ਹੁਣ ਦਿਸਦਾ ਪਿਆ। ਮਹਾਰਾਜ ਕਹਿਣ ਲੱਗੇ ਸਗਲ ਜਗਤ ਹੈ ਜੈਸੇ ਸੁਪਨਾ। ਜਿਵੇਂ ਸੁਪਨਾ ਮਿਥਿਆ ਹੈ ਗੁਰਮੁਖਾ, ਇਸੇ ਤਰ੍ਹਾਂ ਇਹ ਸੰਸਾਰ ਵੀ ਮਿਥਿਆ ਹੀ ਹੈ। ਨਾ ਪਹਿਲਾਂ ਸੀ ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਮਹਾਰਾਜ ਸਾਹਿਬ ਜੀਆਂ ਨੇ ਇੱਕ ਬਚਨ ਬਖਸ਼ਿਸ਼ ਕੀਤਾ ਹੈ, ਕਹਿਣ ਲੱਗੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਚਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਕਹਿਣ ਲੱਗੇ ਇੱਕ ਰਾਜਾ ਆਪਣੀ ਕਚਹਿਰੀ ਵਿੱਚ ਦੀਵਾਨ ਵਿੱਚ ਬੈਠਾ ਹੋਇਆ, ਮੰਤਰੀ ਸੰਤਰੀ ਸਾਰੇ ਇਹਦੇ ਦਰਬਾਰ ਵਿੱਚ ਬੈਠੇ ਹੋਏ। ਰਾਜਾ ਕਿਤੇ ਥੱਕਿਆ ਹੋਇਆ ਕਿਸੇ ਮੁਹਿੰਮ ਤੋਂ ਕਿਸੇ ਕੰਮ ਤੋਂ ਆਇਆ, ਜਦੋਂ ਆਪਣੇ ਆ ਕੇ ਸਿੰਘਾਸਨ 'ਤੇ ਬੈਠਾ ਨਾ, ਰਾਜ ਭਾਗ 'ਤੇ ਬੈਠਾ, ਬੈਠੇ ਬੈਠੇ ਰਾਜੇ ਨੂੰ ਨੀਂਦ ਆ ਗਈ। ਨੀਂਦ ਆਈ ਹੀ ਹੈ ਨਾਲ ਹੀ ਸੁਪਨਾ ਆਉਣਾ ਸ਼ੁਰੂ ਹੋ ਗਿਆ। ਸੁਪਨੇ ਵਿੱਚ ਕੀ ਵੇਖਦਾ ਪਿਆ? ਮੈਂ ਤੇ ਮੰਗਤਾ ਹਾਂ, ਤੇ ਹੱਥ ਵਿੱਚ ਠੂਠਾ ਫੜਿਆ ਹੋਇਆ ਤੇ ਮੰਗਦਾ ਪਿਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੁਪਨੇ ਭਇਆ ਭਿਖਾਰੀ। ਹੈ ਰਾਜਾ ਬੈਠਾ ਤਖਤ ਦੇ ਉੱਪਰ ਹੈ, ਵਜ਼ੀਰ ਤੇ ਮੰਤਰੀ ਇਹਦੇ ਦਰਬਾਰ ਵਿੱਚ ਬੈਠੇ ਨੇ, ਸਲਾਮਾਂ ਹੁੰਦੀਆਂ ਪਈਆਂ, ਪਰ ਇਹਨੂੰ ਸੁਪਨੇ ਵਿੱਚ ਇਸ ਤਰ੍ਹਾਂ ਲੱਗਦਾ ਪਿਆ ਵੀ ਮੈਂ ਤੇ ਮੰਗਤਾ ਹਾਂ, ਹੱਥ ਵਿੱਚ ਠੂਠਾ ਫੜਿਆ ਹੋਇਆ। ਅਛਤ ਰਾਜ ਬਿਛਰਤ ਦੁੱਖ ਪਾਇਆ। ਉਸ ਰਾਜੇ ਨੇ ਆਪਣੇ ਰਾਜ ਭਾਗ ਤੋਂ ਵਿਛੜ ਕੇ ਦੂਰ ਹੋ ਕੇ ਸੁਪਨੇ ਦੇ ਵਿੱਚ ਤੇ ਇਹ ਮੰਗ ਕੇ ਖਾਣ ਦਾ ਮੰਗਤੇ ਬਣਨ ਦਾ ਦੁੱਖ ਭਾਰੀ ਭੋਗਿਆ। ਸੋ ਗਤ ਭਈ ਹਮਾਰੀ। ਮਹਾਰਾਜ ਉਹੀ ਗਤ ਉਹੀ ਹਾਲਾਤ ਸਾਡੇ ਨੇ। ਅਸੀਂ ਇਹ ਸੁਪਨੇਵਤ ਸੰਸਾਰ ਦੇ ਵਿੱਚ ਆ ਕੇ ਇਹਨਾਂ ਪਦਾਰਥਾਂ ਵਿੱਚ ਮੋਹ ਕਰਕੇ ਬੈਠ ਗਏ। ਮਹਾਰਾਜ ਸਾਹਿਬ ਜੀ ਬਚਨ ਕਰਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿਣ ਲੱਗੇ ਇਹ ਸਗਲ ਜਗਤ ਹੈ ਜੈਸੇ ਸੁਪਨਾ। ਇਹ ਸਾਰਾ ਸੰਸਾਰ ਭਾਈ ਸੁਪਨੇ ਦੇ ਵਾਂਗ ਹੈ। ਜਿਉਂ ਸੁਪਨਾ ਅਰ ਪੇਖਣਾ ਤੈਸੇ ਜਗ ਕੋ ਜਾਨ। ਇਹ 9ਵੇਂ ਮਹੱਲੇ ਦੇ ਸਲੋਕਾਂ ਵਿੱਚ ਵੀ ਮਹਾਰਾਜ ਨੇ ਇਹ ਬਚਨ ਬਖਸ਼ਿਸ਼ ਕੀਤੇ। ਕਹਿਣ ਲੱਗੇ ਕਿ ਇਹ ਸੁਪਨੇ ਦੇ ਵਾਂਗ ਸੰਸਾਰ ਨੂੰ ਜਾਣ ਲੈ। ਜਿਉਂ ਸੁਪਨਾ ਅਰ ਪੇਖਣਾ, ਜਿਵੇਂ ਸੁਪਨੇ ਨੂੰ ਰਾਤ ਵਿੱਚ ਵੇਖਦਾ, ਸੁੱਤਿਆਂ ਮੰਜੇ 'ਤੇ ਰਾਜਾ ਬਣ ਜਾ, ਪਰ ਤੂੰ ਰਾਜਾ ਹੈ ਨਹੀਂ। ਸੁੱਤਿਆਂ ਸੁਪਨੇ ਵਿੱਚ ਭਿਖਾਰੀ ਮੰਗਤਾ ਬਣ ਜਾ, ਅਸਲ ਵਿੱਚ ਤੂੰ ਮੰਗਤਾ ਹੈ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਉਂ ਸੁਪਨਾ ਅਰ ਪੇਖਣਾ ਤੈਸੇ ਜਗ ਕੋ ਜਾਨ। ਇਸੇ ਤਰ੍ਹਾਂ ਸੰਸਾਰ ਨੂੰ ਵੀ ਸੁਪਨੇ ਦੇ ਵਾਂਗ ਸਮਝ। ਜੇ ਤੂੰ ਕਵੇਂ ਆ ਨਾ ਵੀ ਮੈਂ ਰਾਜਾ ਹਾਂ ਜਾਂ ਰਾਜਾ ਬਣ ਵੀ ਜਾਵੇਂ, ਤੇ ਅਸਲ ਵਿੱਚ ਇਹ ਰਾਜ ਦੀ ਦੌਲਤ ਤੇਰੇ ਨਾਲ ਨਹੀਂ ਜਾਣੀ। ਇਹ ਰਾਜ ਭਾਗ ਦੀਆਂ ਦੌਲਤਾਂ ਇਹ ਧਨ ਪਦਾਰਥ ਨਾਲ ਨਹੀਂ ਜਾਣਗੇ। ਭੌਣ ਭੰਡਾਰ ਧਰਾ ਗੜ ਜੇਤਕ, ਤਿਆਗਤ ਪ੍ਰਾਨ ਬਿਗਾਨ ਕਹੇ ਹੈ। ਧੰਨ 10ਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਰਾਜਾ ਬਣ ਕੇ ਬੜੀਆਂ ਬੜੀਆਂ ਹਵੇਲੀਆਂ ਬਣਾ ਲਈਆਂ। ਇਸ ਦੇਸ਼ ਵਿੱਚ ਠੰਡ ਹੁੰਦੀ ਹੈ, ਮੈਂ ਗਰਮੀ ਵਿੱਚ ਇੱਥੇ ਆਵਾਂ ਕਰਾਂਗਾ। ਇਸ ਦੇਸ਼ ਵਿੱਚ ਗਰਮੀ ਹੁੰਦੀ ਹੈ, ਮੈਂ ਸਿਆਲ ਵਿੱਚ ਇੱਥੇ ਆਵਾਂ ਕਰਾਂਗਾ। ਕਈਆਂ ਦੇਸ਼ਾਂ ਵਿੱਚ, ਕਈਆਂ ਬਾਗਾਂ ਵਿੱਚ, ਕਈਆਂ ਪਹਾੜਾਂ ਵਿੱਚ ਬੜੀਆਂ ਬੜੀਆਂ ਹਵੇਲੀਆਂ ਤੇ ਘਰ ਬਣਾ ਲੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ
ਘਰ ਬਣਾਏ ਆਪਣੇ ਸੁਖ ਲੈਣ ਵਾਸਤੇ। ਤੇ ਜਦੋਂ ਉਹ ਘਰ ਬਣ ਗਏ, ਮਹਾਰਾਜ ਕਹਿਣ ਲੱਗੇ ਭੌਣ ਨਾਮ ਘਰ ਦਾ ਇੱਕ ਥਾਂ ਤੇ ਨਹੀਂ। ਗਰੀਬ ਬੰਦੇ ਨੂੰ ਇੱਕ ਥਾਂ ਤੇ ਘਰ ਨਸੀਬ ਨਹੀਂ, ਰਾਜੇ ਨੇ ਪਤਾ ਨਹੀਂ ਕਿੰਨੀਆਂ ਥਾਵਾਂ ਤੇ ਘਰ ਬਣਾ ਲਏ। ਭੌਣ ਅਗਲਾ ਬਚਨ ਮਹਾਰਾਜ ਕਹਿੰਦੇ ਭੰਡਾਰ ਤੋਂ ਭਾਵ ਹੁੰਦਾ ਖਜ਼ਾਨਾ। ਪਤਾ ਨਹੀਂ ਕਿੰਨੇ ਕੁ ਖਜ਼ਾਨੇ ਹੀਰਿਆਂ ਦੇ, ਮੋਤੀਆਂ ਦੇ, ਸੋਨੇ ਦੇ, ਚਾਂਦੀ ਦੇ, ਭਰ ਕੇ ਭਾਂਡੇ, ਗਾਗਰਾਂ ਭਰ ਕੇ ਮਿੱਟੀ 'ਚ ਦੱਬ ਛੱਡੀਆਂ, ਮੈਂ ਇਹਨਾਂ ਦਾ ਮਾਲਕ ਹਾਂ। ਭਰ ਕੇ ਖਜ਼ਾਨੇ ਬੈਂਕ ਦੇ ਵਿੱਚ ਜਮ੍ਹਾਂ ਕਰਾ ਛੱਡੇ, ਮੈਂ ਇਹਨਾਂ ਦਾ ਮਾਲਕ ਹਾਂ। ਪਾਤਸ਼ਾਹ ਕਹਿਣ ਲੱਗੇ ਜਿੰਨੇ ਮਰਜ਼ੀ ਭੰਡਾਰ ਭਰੇ ਹੋਏ, ਭੌਣ ਭੰਡਾਰ। ਅਗਲਾ ਬਚਨ ਮਹਾਰਾਜ ਨੇ ਆਖਿਆ ਧੜਾ ਗੜ ਇਹ ਜਿਹੜੀ ਧਰਤੀ ਹੈ ਉਹਦੇ ਉੱਪਰ ਕਿਲੇ ਵੀ ਬਣਾ ਲੈ। ਇੱਥੇ ਮੈਂ ਦੁਸ਼ਮਣ ਦੇ ਨਾਲ ਲੜਾਂਗਾ, ਇੱਥੇ ਮੈਂ ਰਾਮ ਫਰਮਾਇਆ ਕਰਾਂਗਾ। ਕਹਿਣ ਲੱਗੇ ਜਿੰਨੇ ਮਰਜ਼ੀ ਧਰਤੀ ਤੇ ਗੜ ਬਣਾ ਲੈ। ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਏ। ਦੁਨੀਆ ਦੇ ਉੱਪਰ ਪਤਾ ਨਹੀਂ ਕਿੰਨੇ ਕੁ ਕਿਲੇ ਬਣਾਉਣ ਵਾਲੇ। ਅੱਜ ਵੀ ਤੁਸੀਂ ਦਿੱਲੀ ਵਿੱਚ ਵੇਖ ਸਕਦੇ ਲਾਲ ਕਿਲਾ, ਆਗਰੇ ਵਿੱਚ ਵੇਖ ਸਕਦੇ ਕਿਲਾ ਬਣਿਆ ਹੋਇਆ, ਰਾਜਸਥਾਨ ਵਿੱਚ ਕਈ ਕਿਲੇ ਬਣੇ ਹੋਏ, ਦੱਖਣ ਦੇ ਵਿੱਚ ਕਈ ਕਿਲੇ ਬਣੇ ਹੋਏ। ਪਰ ਉਹ ਕਿਲਿਆਂ ਨੂੰ ਬਣਾਉਣ ਵਾਲੇ ਅੱਜ ਆਪ ਉੱਥੇ ਹੈ ਕੋਈ ਨਹੀਂ, ਕਿਲੇ ਉੱਥੇ ਖਲੋਤੇ ਹੋਏ। ਮਹਾਰਾਜ ਕਹਿਣ ਲੱਗੇ ਭੌਣ ਭੰਡਾਰ ਧਰਾ ਗੜ ਜੇਤਕ ਤਿਆਗਤ ਪ੍ਰਾਨ ਬਿਗਾਨ ਕਹੇ ਹਨ। ਇਹ ਕਿਲੇ ਉਹਨਾਂ ਚਿਰ ਤੇਰੇ, ਇਹ ਖਜ਼ਾਨੇ ਉਹਨਾਂ ਚਿਰ ਤੇਰੇ, ਇਹ ਹਵੇਲੀਆਂ ਮਹਿਲ ਮਾੜੀਆਂ ਉਹਨਾਂ ਚਿਰ ਤੇਰੀਆਂ ਜਿੰਨਾ ਚਿਰ ਸਰੀਰ ਵਿੱਚ ਜਾਨ ਤੇ ਸਵਾਸ ਚੱਲਦੇ ਪਏ। ਜਦੋਂ ਸਵਾਸ ਚੱਲਣੇ ਬੰਦ ਹੋ ਗਏ, ਇਹ ਸਾਰਾ ਕੁਝ ਆਪਣੇ ਆਪ ਬੇਗਾਨਾ ਹੋ ਜਾਣਾ, ਦੂਜਿਆਂ ਦਾ ਹੋ ਜਾਣਾ। ਕਈ ਇਹੋ ਜਿਹੇ ਰਾਜੇ ਮਹਾਰਾਜੇ ਹੋਏ ਜਿਨ੍ਹਾਂ ਦੀ ਸੰਤਾਨ ਕੋਈ ਨਹੀਂ ਹੈ, ਅੱਜ ਉਹਨਾਂ ਦੀ ਜ਼ਮੀਨ ਸ਼ਾਮਲਾਟ ਪਈ ਹੋਈ, ਜਾਂ ਹੋਰ ਲੋਕੀ ਉਸ ਜ਼ਮੀਨ ਦੇ ਉੱਪਰ ਕਬਜ਼ਾ ਕਰਕੇ ਬੈਠ ਗਏ, ਪਰ ਨਾਲ ਨਹੀਂ ਇੱਕ ਕਣ ਵੀ ਲੈ ਕੇ ਜਾ ਸਕੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਉ ਸੁਪਨਾ ਅਰ ਪੇਖਣਾ ਤੈਸੇ ਜਗ ਕੋ ਜਾਨ। ਇਹ ਮਹਾਰਾਜ ਦੇ ਬਚਨ ਨੇ। ਇੱਥੇ ਪਾਤਸ਼ਾਹ ਕਹਿਣ ਲੱਗੇ ਸਗਲ ਜਗਤ ਹੈ ਜੈਸੇ ਸੁਪਨਾ। ਇਹ ਭਾਈ ਪਿਆਰਿਆ ਸਾਰਾ ਸੰਸਾਰ ਤੂੰ ਵੇਖਦਾ, ਬੜਾ ਰੰਗ ਬਰੰਗਾ ਲੱਗਦਾ, ਬੜਾ ਚੰਗਾ ਲੱਗਦਾ, ਬੜਾ ਸੋਹਣਾ ਲੱਗਦਾ ਹੈ, ਪਰ ਗੁਰਮੁਖਾ ਹੈ ਸੁਪਨੇ ਦੇ ਵੱਤ। ਇਹ ਉਹਨਾਂ ਚਿਰ ਹੀ ਆ ਜਿੰਨਾ ਚਿਰ ਮੋਹ ਦੀ ਨੀਂਦ ਵਿੱਚ ਸੁੱਤਾ ਹੋਇਆ। ਉਹਨਾਂ ਚਿਰ ਸੰਸਾਰ ਵੀ ਚੰਗਾ ਲੱਗਦਾ, ਸੰਬੰਧੀ ਵੀ ਚੰਗੇ ਲੱਗਦੇ। ਇਹ ਉਹਨਾਂ ਚਿਰ ਸੁਪਨਾ ਆਉਂਦਾ ਪਿਆ ਜਿੰਨਾ ਚਿਰ ਲੋਭ ਦੀ ਨੀਂਦ ਵਿੱਚ ਸੁੱਤਾ ਹੋਇਆ। ਉਹਨਾਂ ਚਿਰ ਪਦਾਰਥ ਚੰਗੇ ਲੱਗਦੇ ਪਏ। ਇਹ ਜਿੰਨਾ ਚਿਰ ਤੂੰ ਕਾਮ ਦੀ ਵਾਸ਼ਨਾ ਦੀ ਨੀਂਦ ਵਿੱਚ ਸੁੱਤਾ ਹੋਇਆ, ਉਹਨਾਂ ਚਿਰ ਇਹ ਦੁਨੀਆ ਦੇ ਭੋਗ ਪਦਾਰਥ ਚੰਗੇ ਲੱਗਦੇ। ਪਰ ਜਦੋਂ ਜਾਗੇਗਾ ਨਾ, ਕਹੋ ਕਬੀਰ ਤਬ ਹੀ ਨਰ ਜਾਗੈ ਜਮ ਕਾ ਡੰਡ ਮੂੰਡ ਮਹਿ ਲਾਗੈ। ਜਦੋਂ ਜਮਾਂ ਦਾ ਡੰਡਾ ਆ ਕੇ ਸਿਰ ਵਿੱਚ ਵੱਜਿਆ, ਉਸ ਵੇਲੇ ਹੋਸ਼ ਆਉਣੀ ਹੈ, ਉਸ ਵੇਲੇ ਜਾ ਕੇ ਜਾਗ ਆਉਣੀ ਹੈ। ਫਿਰ ਇਹ ਸਾਰੇ ਪਦਾਰਥ ਸੁਪਨੇ ਦੇ ਵਾਂਗ, ਇਹ ਸਾਰੇ ਨਾਸਵੰਤ ਪਦਾਰਥ ਇੱਥੇ ਹੀ ਛੁੱਟ ਜਾਣੇ। ਸੁਪਨੇ ਵਿੱਚ ਦਿਸਿਆ ਹੋਇਆ ਪਦਾਰਥ ਨਾਲ ਨਹੀਂ ਜਾਂਦਾ। ਇੱਥੇ ਸੰਸਾਰ ਵਿੱਚ ਅਸੀਂ ਵੀ ਸੁਪਨਾ ਹੀ ਲੈਂਦੇ ਪਏ ਹਾਂ। ਫਰਕ ਸਿਰਫ ਇੰਨਾ ਹੈ ਕਿ ਰਾਤ ਨੂੰ ਸੁੱਤਿਆਂ ਸੁਪਨਾ ਜਿਹੜਾ ਹੈ ਉਹ ਬੰਦ ਅੱਖਾਂ ਦੇ ਨਾਲ ਦੇਖੀਦਾ, ਇਹ ਅਸੀਂ ਜਾਗਦਿਆਂ ਦਿਨੇ ਦੇਖਦੇ, ਪਰ ਹੈ ਸੁਪਨਾ ਹੀ ਹੈ। ਸੁਪਨੇ ਵਿੱਚ ਫਸੇ ਹੋਏ ਹਾਂ, ਜਮਾਂ ਦਾ ਡੰਡਾ ਵੱਜੇਗਾ, ਉਸ ਵੇਲੇ ਸਾਨੂੰ ਜਾਗ ਆਉਣੀ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਮਨੁੱਖ ਬਹੁਤਾ ਲੰਮਾ ਸਮਾਂ ਜਾਗਦਾ ਰਹੇ ਨਾ, ਜਿਵੇਂ ਗੱਡੀਆਂ ਚਲਾਉਣ ਵਾਲੇ ਡਰਾਈਵਰ ਨੇ, ਉਹਨਾਂ ਦੀਆਂ ਅੱਖਾਂ ਤੇ ਖੁੱਲੀਆਂ ਰਹਿੰਦੀਆਂ ਪਰ ਦਿਮਾਗ ਸੌ ਜਾਂਦਾ ਹੈ। ਤੇ ਪਤਾ ਉਦੋਂ ਲੱਗਦਾ ਜਦੋਂ ਕੋਈ ਨਾ ਕੋਈ ਭਿਆਨਕ ਹਾਦਸਾ ਵਾਪਰ ਜਾਂਦਾ ਹੈ। ਅੱਖਾਂ ਤੇ ਖੁੱਲੀਆਂ ਪਰ ਅਸਲ ਵਿੱਚ ਉਹ ਸੁੱਤਾ ਹੋਇਆ ਹੈ। ਵੈਸੀ ਹਾਲਤ ਬਿਲਕੁਲ ਸਾਡੀ ਹੈ। ਅੱਖਾਂ ਤੇ ਭਾਵੇਂ ਅਸੀਂ ਖੋਲ੍ਹੀ ਬੈਠੇ ਹਾਂ, ਪਰ ਅਸਲ ਵਿੱਚ ਸਾਡੀ ਮੱਤ ਸੁੱਤੀ ਹੋਈ ਹੈ। ਅਸੀਂ ਸੁੱਤੇ ਹੋਏ ਮੱਤ ਵਿੱਚ ਸੁਪਨੇ ਲੈ ਸਕਦੇ, ਕੋਈ ਕਾਮ ਦਾ, ਕੋਈ ਕ੍ਰੋਧ ਦਾ, ਕੋਈ ਲੋਭ ਦਾ, ਕੋਈ ਮੋਹ ਦਾ। ਇਹਨਾਂ ਸੁਪਨਿਆਂ ਦੀ ਨੀਂਦ ਵਿੱਚ ਸੌਂ ਕੇ ਇਹੋ ਜਿਹੇ ਸੁਪਨੇ ਵਿਕਾਰਾਂ ਦੇ ਲਈ ਬੈਠੇ। ਜਦੋਂ ਜਮਾਂ ਦਾ ਡੰਡਾ ਆ ਕੇ ਸਿਰ ਵਿੱਚ ਵੱਜੇਗਾ, ਉਸ ਵੇਲੇ ਹੋਸ਼ ਆਉਣੀ, ਜਾਗ ਆਉਣੀ ਹੈ। ਪਰ ਗੁਰਮੁਖਾ ਉਸ ਵੇਲੇ ਤੇ ਸਮਾਂ ਨਿਕਲ ਚੁੱਕਾ ਹੋਵੇਗਾ ਨਾ, ਸਮਾਂ ਨਹੀਂ ਮਿਲੇਗਾ। ਮਹਾਰਾਜ ਕਹਿਣ ਲੱਗੇ ਸਗਲ ਜਗਤ ਹੈ ਜੈਸੇ ਸੁਪਨਾ। ਇਹ ਸਾਰਾ ਸੰਸਾਰ ਸੁਪਨੇ ਦੇ ਵਾਂਗ ਹੈ। ਪਹਿਲਾ ਬਚਨ ਆਇਆ ਸੀ ਇਹ ਸਾਚੀ ਜੀ ਧਾਰ। ਇਹ ਬਚਨ ਹੈ ਸੱਚਾ ਕਰਕੇ ਮਨ ਵੀ ਇਹ ਸੰਸਾਰ ਸੁਪਨੇ ਵਾਂਗ ਹੈ। ਬਿਨ ਸਤ ਲਗਤ ਨਾ ਬਾਰ। ਸੁਪਨਾ ਟੁੱਟਦਿਆਂ ਟਾਈਮ ਨਹੀਂ ਲੱਗਦਾ। ਭਾਵੇਂ ਕੋਈ ਆਪਣੇ ਮੰਜੇ ਤੇ ਸੁੱਤਾ ਹੋਇਆ ਕਿੱਡਾ ਵੱਡਾ ਸਮਰਾਟ ਬਣ ਜਾਵੇ, ਕਿੱਡਾ ਵੱਡਾ ਰਾਜਾ ਬਣ ਜਾਵੇ,
ਮੰਜੇ ਨੂੰ ਮਾੜਾ ਜਿਹਾ ਕਿਸੇ ਦਾ ਪੈਰ ਲੱਗਾ, ਮਾੜਾ ਜਿਹਾ ਮੰਜਾ ਹਿੱਲਿਆ, ਨਾਲ ਹੀ ਸੁਪਨਾ ਟੁੱਟੇਗਾ। ਰਾਜ ਭਾਗ ਵੀ ਨਾਲ ਹੀ ਜਾਂਦਾ ਰਿਹਾ। ਪਾਤਸ਼ਾਹ ਕਹਿਣ ਲੱਗੇ ਸੁਪਨਾ ਟੁੱਟਦਿਆਂ ਬਹੁਤਾ ਟਾਈਮ ਨਹੀਂ ਲੱਗਦਾ, ਬਸ ਮਾੜਾ ਜਿਹਾ ਕੋਈ ਖੜਕਾ ਖੜਾ ਕਰ ਦੇਵੇ, ਮਾੜਾ ਜਿਹਾ ਕੋਈ ਮੰਜੇ ਨੂੰ ਹਿਲਾ ਦੇਵੇ, ਕੋਈ ਆਵਾਜ਼ ਮਾਰ ਦੇਵੇ, ਉਸ ਵੇਲੇ ਸੁਪਨਾ ਟੁੱਟ ਜਾਂਦਾ ਹੈ। ਇਸੇ ਤਰ੍ਹਾਂ ਭਾਈ ਇਹ ਸੰਸਾਰ ਸੁਪਨਾ ਜਿਸ ਨੂੰ ਵੇਖਦਾ ਪਿਆ, ਮਹਾਰਾਜ ਕਹਿਣ ਲੱਗੇ ਇਹਨੂੰ ਵੀ ਟੁੱਟਦਿਆਂ ਢੇਰ ਨਹੀਂ ਲੱਗਣੀ ਹੈ। ਤੇ ਕਈਆਂ ਦੇ ਸੁਪਨੇ ਜ਼ਿੰਦਗੀ ਦੇ ਵਿੱਚ ਹੀ ਟੁੱਟ ਜਾਂਦੇ। ਉਹ ਬੱਚੇ ਜਿਹੜੇ ਨੇ ਕਹਿਣੇ ਤੋਂ ਪਰੇ ਹੋ ਗਏ, ਮਾਂ-ਬਾਪ ਨੂੰ ਚੁੱਕ ਕੇ ਪਰੇ ਮਾਰਿਆ। ਸੁਪਨਾ ਤੇ ਇਹ ਲਿਆ ਸੀ ਕਿ ਮੇਰਾ ਬੱਚਾ ਪੜ੍ਹੇਗਾ ਲਿਖੇਗਾ, ਇਹ ਵੱਡਾ ਹੋ ਕੇ ਬੜਾ ਕਾਮਯਾਬ ਆਦਮੀ ਬਣੇਗਾ, ਇਹ ਮੈਨੂੰ ਸੁੱਖ ਦੇਵੇਗਾ। ਸੁਪਨਾ ਤੇ ਇਹ ਲਿਆ ਨਾ। ਬੱਚਾ ਜਦੋਂ ਵੱਡਾ ਹੋਇਆ ਉਹਨੇ ਚੁੱਕ ਕੇ ਮਾਂ-ਬਾਪ ਨੂੰ ਘਰੋਂ ਹੀ ਬਾਹਰ ਕੱਢ ਦਿੱਤਾ। ਸੁੱਖ ਦੇਣਾ ਤੇ ਦੂਰ ਦੀ ਗੱਲ ਹੈ। ਕਈਆਂ ਦੇ ਸੁਪਨੇ ਜ਼ਿੰਦਗੀ ਵਿੱਚ ਜਿਉਂਦਿਆਂ ਹੀ ਟੁੱਟ ਜਾਂਦੇ, ਹਕੀਕਤ ਸਾਹਮਣੇ ਆ ਜਾਂਦੀ ਹੈ। ਤੇ ਕਈਆਂ ਦੇ ਜਦੋਂ ਜਮਾਂ ਦਾ ਡੰਡਾ ਵੱਜੇਗਾ ਉਦੋਂ ਟੁੱਟਦਾ ਨੇ। ਮਹਾਰਾਜ ਕਹਿਣ ਲੱਗੇ ਸੁਪਨੇ ਨੂੰ ਟੁੱਟਦਿਆਂ ਟਾਈਮ ਕੋਈ ਨਹੀਂ ਲੱਗਣਾ। ਕੁਝ ਤੈਨੂੰ ਕਾਰਨਾਮੇ ਜ਼ਿੰਦਗੀ ਵਿੱਚ ਹੀ ਦਿਸ ਪੈਣੇ, ਤੇ ਕੁਝ ਜਦੋਂ ਜ਼ਿੰਦਗੀ ਛੱਡ ਕੇ ਤੁਰੇਗਾ ਉਦੋਂ ਦਿਸ ਪੈਣੇ। ਇਹ ਸੰਸਾਰ ਸੁਪਨੇ ਦੇ ਵਾਂਗ ਹੈ, ਇਹਨੂੰ ਸਮਝ ਲੈਣਾ ਕਰ। ਰਾਉ ਬਾਰੂ ਭੀਤ ਬਨਾਈ ਰਚਪਚ ਰਹਿਤ ਨਹੀਂ ਦਿਨ ਚਾਰ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ। ਗੁਰਮੁਖੋ ਬਾਰੂ ਨਾਮ ਰੇਤ ਦਾ ਹੈ। ਰੇਤ ਦੀ ਬਣਾਈ ਹੋਈ ਕੰਧ ਬਹੁਤਾ ਸਮਾਂ ਨਹੀਂ ਰਹਿੰਦੀ ਹੈ। ਹਾਲੇ ਮਿੱਟੀ ਦੀ ਕੰਧ ਤੇ ਫਿਰ ਵੀ ਕੋਈ ਇੱਕ ਦੋ ਬਰਸਾਤਾਂ ਕੱਢ ਜਾਂਦੀ ਹੈ। ਪਹਿਲੇ ਸਮੇਂ ਵਿੱਚ ਲੋਕਾਂ ਦੇ ਮਕਾਨ ਘਰ ਕੱਚੇ ਸਨ, ਤੇ ਜਦੋਂ ਬਰਸਾਤਾਂ ਦੇ ਦਿਨ ਆਉਣੇ ਉਹ ਮਿੱਟੀ ਲਾ ਕੇ ਉਸ ਘਰ ਦੀ ਬੁਨਿਆਦ ਵੱਧ ਜਾਂਦੀ। ਪਰ ਰੇਤ ਦੀ ਕੰਧ ਜਿਹੜੀ ਹੈ ਨਾ ਉਹ ਨਹੀਂ ਖੜਦੀ ਹੈ। ਅੱਜ ਆਪਾਂ ਪੱਕੇ ਮਕਾਨ ਬਣਾਉਂਦੇ ਹਾਂ, ਰੇਤ ਵਿੱਚ ਸੀਮੈਂਟ ਮਿਲਾਉਣਾ ਪੈਂਦਾ ਹੈ। ਸੀਮੈਂਟ ਨਾ ਮਿਲਾਈਏ, ਕਦੇ ਮਿਸਤਰੀ ਨੂੰ ਪੁੱਛ ਕੇ ਵੇਖੋ ਵੀ ਇੰਨਾ ਮਹਿੰਗਾ ਸੀਮੈਂਟ ਕਿਉਂ ਵਿੱਚ ਇਹਦੇ ਮਿਲਾਉਂਦਾ ਪਿਆ, ਕੱਲੀ ਰੇਤ ਨਾਲ ਹੀ ਕੰਧ ਖੜੀ ਕਰ ਦੇ, ਘਰ ਬਣਾ ਦੇ। ਉਹ ਕਹੇਗਾ ਵੀ ਰੇਤਾ ਨਾਲ ਕਦੇ ਘਰ ਖੜਦੇ ਨਹੀਂ, ਇਹ ਕੰਧਾਂ ਝਾਟੀ ਖੁਰ ਜਾਂਦੀਆਂ, ਕਿਰ ਜਾਂਦੀ ਰੇਤਾ ਤੇ ਇਹ ਟੁੱਟ ਜਾਣਗੇ ਘਰ। ਮਹਾਰਾਜ ਕਹਿਣ ਲੱਗੇ ਬਾਰੂ ਭੀਤ ਬਣਾਈ। ਇਹ ਬਾਰੂ ਭੀਤ ਤੋਂ ਭਾਵ ਰੇਤਾ ਦੀ ਕੰਧ, ਇਹ ਤੇਰਾ ਸਰੀਰ ਹੈ ਗੁਰਮੁਖਾ। ਰਾਚ ਪਚ ਬੜਾ ਸੋਹਣਾ ਇਸ ਸਰੀਰ ਨੂੰ ਬਣਾਇਆ ਹੋਇਆ, ਪਰ ਰਹਿਤ ਨਹੀਂ ਦਿਨ ਚਾਰ। ਇਹ ਤੇਰਾ ਸਰੀਰ ਬਹੁਤਾ ਲੰਮਾ ਸਮਾਂ ਰਹਿਣ ਵਾਲਾ ਨਹੀਂ। ਇੱਕ ਵਾਰੀ ਕਾਲ ਦਾ ਮੀਂਹ ਪੈਣ ਦੀ ਢੇਰ ਹੈ। ਕੰਧ ਤੇ ਬੜੀ ਸੋਹਣੀ ਬਣਾਈ ਹੈ ਰੇਤਾ ਦੀ, ਉਹਦੇ ਉੱਪਰ ਬੜੀ ਸੋਹਣੀ ਕਲਾਕ੍ਰਿਤੀ ਕੀਤੀ ਹੈ, ਸੋਹਣੀਆਂ ਫੋਟੋ ਬਣਾ ਲਈਆਂ, ਬੜਾ ਸੋਹਣਾ ਲਿਖ ਲਿਆ। ਮਾੜੀ ਜੀ ਬਰਸਾਤ ਪੈਣ ਦੀ ਢੇਰ ਹੈ, ਸਾਰੀ ਰੇਤਾ ਕਿਰ ਜਾਏਗੀ, ਲਿਖਿਆ ਚਿੱਤਰਿਆ ਹੋਇਆ ਸਭ ਕੁਝ ਮਿਟ ਜਾਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਾਲ ਦੇ ਬੱਦਲ ਆ ਲੈਂਦੇ, ਮੌਤ ਦਾ ਮੀਂਹ ਪੈ ਲੈਣ ਦੇ। ਇਹ ਤੇਰੀ ਸਰੀਰ ਰੂਪੀ ਜਿਹੜੀ ਕੰਧ ਹੈ ਨਾ ਰੇਤਾ ਦੀ ਬਣੀ ਹੋਈ, ਇਹਨੂੰ ਢਹਿੰਦਿਆਂ ਕੋਈ ਟਾਈਮ ਲੱਗਣਾ ਹੀ ਕੋਈ ਨਹੀਂ, ਝਾਟੀ ਇਹਨੇ ਕਿਰ ਜਾਣਾ ਹੈ। ਬਾਰੂ ਭੀਤ ਬਣਾਈ ਰਚ ਪਚ, ਇਹ ਰੇਤਾ ਦੀ ਕੰਧ ਵਾਂਗ ਇਹ ਰੱਬ ਨੇ ਸੰਸਾਰ ਬਣਾਇਆ। ਬੜਾ ਸੋਹਣਾ ਲੱਗਦਾ ਪਿਆ ਵੇਖਣ ਨੂੰ, ਕਿਉਂਕਿ ਲਿੰਬਿਆ ਪੋਚਿਆ ਹੋਇਆ ਨਾ, ਬੜੇ ਸੋਹਣੇ ਗਹਿਣੇ, ਬੜੇ ਸੋਹਣੇ ਕੱਪੜੇ, ਬੜੇ ਸੋਹਣੇ ਫੁੱਲ ਪੌਦੇ ਲੱਗੇ ਹੋਏ, ਲੱਗਦਾ ਤੇ ਬੜਾ ਸੋਹਣਾ ਹੈ। ਪਰ ਮਹਾਰਾਜ ਕਹਿਣ ਲੱਗੇ ਕਾਲ ਦਾ ਚੱਕਰ ਚੱਲਣ ਦੀ ਢੇਰ ਹੈ, ਇਹ ਸੰਸਾਰ ਵੀ ਨਾਸ ਹੋ ਜਾਣਾ। ਇਹ ਤੇਰਾ ਸਰੀਰ ਬੜਾ ਸੋਹਣਾ ਲੱਗਦਾ ਪਿਆ, ਗੋਰਾ ਚਿੱਟਾ ਰੰਗ ਹੈ, ਉੱਚਾ ਲੰਮਾ ਕੱਦ ਹੈ, ਨੈਣ ਨਕਸ਼ ਬੜੇ ਸੋਹਣੇ ਤੇ ਚੰਗੇ ਨੇ, ਗਹਿਣਾ ਕੱਪੜਾ ਬੜਾ ਸੋਹਣਾ ਪਾਈ ਬੈਠਾ, ਲੱਗਦਾ ਤੇ ਬੜਾ ਸੁਹੱਪਣ ਵਾਲਾ ਹੈ। ਪਰ ਮਹਾਰਾਜ ਕਹਿਣ ਲੱਗੇ ਰਹਿਤ ਨਹੀਂ ਦਿਨ ਚਾਰ। ਇਹ ਸਰੀਰ ਵੀ ਤੇਰਾ 4 ਕੁ ਦਿਨਾਂ ਦਾ ਹੀ ਪ੍ਰਾਹੁਣਾ ਹੈ, ਇਹ ਬਹੁਤਾ ਲੰਮਾ ਸਮਾਂ ਨਹੀਂ ਹੋ ਰਹਿਣ ਵਾਲਾ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਪਵਿਓ। ਕਹਿਣ ਲੱਗੇ ਜਦੋਂ ਮੈਂ ਬਚਪਨ ਵਿੱਚ 12-14 ਸਾਲ ਦਾ ਸੀ, ਬੜੀਆਂ ਬੜੀਆਂ ਛਾਲਾਂ ਮਾਰੀਆਂ ਕੋਠਿਆਂ ਤੇ ਚੜ੍ਹ ਚੜ੍ਹ ਕੇ। ਇਹ ਕੋਠੇ ਤੋਂ ਦੂਜੇ ਪਾਸੇ ਟੱਪ ਜਾਂਦਾ, ਨਹਿਰਾਂ ਵਿੱਚ ਛਾਲਾਂ ਮਾਰ ਦਿੰਦਾ, ਸੋਇਆਂ ਵਿੱਚ ਛਾਲਾਂ ਮਾਰਦਾ, ਟੋਇਆਂ ਵਿੱਚ ਛਾਲਾਂ ਮਾਰਦਾ, ਕਦੇ ਭੱਜ ਭੱਜ ਕੇ ਰੁੱਖਾਂ ਤੇ ਚੜ੍ਹਦਾ, ਕਦੇ ਭੱਜ ਭੱਜ ਕੇ ਪਹਾੜੀਆਂ ਚੜ੍ਹ ਜਾਂਦਾ। ਇਹ ਸਾਰੇ ਕੌਤਕ ਮੈਂ ਕੀਤੇ ਹੋਏ ਇਸੇ ਸਰੀਰ ਦੇ ਨਾਲ। ਪਰ ਕਹਿਣ ਲੱਗੇ ਅੱਜ ਬੁੱਢਾ ਹੋ ਗਿਆ, ਸਰੀਰ ਉਹੀ ਹੈ ਜਿਹੜਾ ਕਦੇ ਪਹਾੜੀਆਂ ਚੜ੍ਹਦਾ ਤੇ ਟੋਇਆਂ ਵਿੱਚ ਛਾਲਾਂ ਮਾਰਦਾ। ਅੱਜ ਇੱਕ ਪੌੜੀ ਤੋਂ ਪੈਰ ਰੱਖ ਕੇ ਜੇ ਥੱਲੇ ਉਤਰਨਾ ਹੋਵੇ, ਸੱਜੇ ਖੱਬੇ ਵੇਖਦਾ ਮੈਨੂੰ ਕੋਈ ਆਸਰਾ ਦੇ ਦੇਵੇ। ਕਦੇ ਆਖਦਾ ਮੈਨੂੰ ਖੁੰਡੀ ਲਿਆ ਕੇ ਦਿਓ, ਕਦੇ ਆਖਦਾ ਮੈਨੂੰ ਫੜ ਕੇ ਮੈਨੂੰ ਥੱਲੇ ਉਤਾਰ ਲਵੋ। ਕਹਿਣ ਲੱਗੇ ਇੰਨੀ ਨਿੱਕੀ ਜੰਗੀ ਹੈ, ਇੰਨੀਆਂ ਜੰਗੀ ਹੈ ਲੱਤਾਂ ਦੇ ਨਾਲ, ਥਲ ਡੂੰਗਰ ਪਵੇ ਹੋਮ। ਬੜੀਆਂ ਬੜੀਆਂ ਜਗ੍ਹਾ ਸੈਰ ਸਪਾਟੇ ਕਰਕੇ ਵੇਖੀਆਂ। ਮਾਊਂਟ ਐਵਰੈਸਟ ਦੇ ਲੋਕ ਚੜ੍ਹ ਜਾਂਦੇ, ਉਹਨਾਂ ਨੇ ਰਿਕਾਰਡ ਪੈਦਾ ਕਰ ਦਿੱਤੇ। ਪਰ ਜਵਾਨੀ ਦਾ ਜ਼ੋਰ ਹੈ ਨਾ। ਜਦੋਂ ਕਹਿਣ ਲੱਗੇ ਬੁੱਢਾ ਹੋ ਗਿਆ, ਬਜ਼ੁਰਗ ਹੋ ਗਿਆ, ਤੇ ਪਾਤਸ਼ਾਹ ਕਹਿਣ ਲੱਗੇ
ਉਹ ਜਿਹੜਾ ਘੜਾ ਪਿਆ ਹੋਇਆ, ਜਿਸ ਛੰਨ ਵਿੱਚ ਛੱਪਰ ਵਿੱਚ ਮੈਂ ਲੰਮੇ ਪਿਆ ਹੋਇਆ, ਉਸ ਦੇ ਇੱਕ ਨੁੱਕਰ ਤੇ ਘੜਾ ਪਿਆ, ਦੂਜੀ ਨੁੱਕਰ ਤੇ ਮੈਂ ਬੈਠਾ ਹੋਇਆ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਜ ਉਸ ਘੜੇ ਵਿੱਚੋਂ ਪਾਣੀ ਦਾ ਲੋਟਾ ਕੱਢ ਕੇ ਪੀਣਾ ਤੇ ਮੈਨੂੰ ਉਹ ਵੀ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਬਹੁਤ ਵੱਡੀ ਜ਼ਿੰਦਗੀ ਦੀ ਜੰਗ ਲੜਨੀ ਹੈ। ਸੋ ਐਸੀ ਹਾਲਤ ਹੋ ਗਈ ਹੈ। ਕਿਤੇ ਉਹ ਸਮਾਂ ਸੀ ਜਦੋਂ ਭੱਜਣ ਲੱਗਿਆਂ, ਕੁੱਦਣ ਲੱਗਿਆਂ, ਚੜ੍ਹਨ ਤੇ ਉਤਰਨ ਲੱਗਿਆਂ परवाह नहीं मनी। अज समा वो आ गया कि पैर रख के तुरना भी औखा लगता है, ऐसी हालत बन गई है। सतगुरु पातशाह कहन लगे रहत नहीं दिन चार, ये जवानी का जोर जिहड़ा ना 4 कुछ दिनों का ही मेहमान है। बचपन तो जवानी, जवानी तो बुढ़ेपा, फिर ये जोर सारा निकल जाता है। नैनो नीर बह तनखीना भै केस दुधवानी, रुधा कंठ शब्द नहीं उतरा तब क्या करे पुरानी। ये गुरबानी दे बचन ने। अज तो बड़ियां हिकां ला ला के गाउंदा है, बड़ियां उच्ची आवाज़ां मार मार के दुनिया नूं सद लैंदा है। एक समा वो भी आ जाना है, ये बोलना चाहेगा पर गले चों आवाज़ नहीं निकलेगी, ये आवाज़ मारना चाहेगा पर बोल नहीं सकेगा। ये समा आ जाना है। बिनसत लगत ना बार, ये शरीर नूं मुकदियां ढाइंदियां ਜਾਂ ਖਤਮ ਹੋਣ ਵਾਲੇ ਪਾਸੇ ਜਾਂਦਿਆਂ ਸਮਾਂ ਕੋਈ ਨਹੀਂ ਲੱਗਣਾ। ਜਿਹੜੀਆਂ ਗੱਲਾਂ ਅੱਜ ਤੇਰੇ ਕੋਲ ਨੇ ਕੱਲ੍ਹ ਨੂੰ ਨਹੀਂ ਹੋਣਗੀਆਂ। ਜਿਹੜਾ ਅੱਜ ਜਵਾਨੀ ਦਾ ਜ਼ੋਰ ਹੈ ਕੱਲ੍ਹ ਨੂੰ ਨਹੀਂ ਹੋਵੇਗਾ, ਕਿਉਂਕਿ ਇਹ ਸਰੀਰ ਭਾਈ ਹੈ ਹੀ ਰੇਤਾ ਦੀ ਕੰਧ। ਇੱਥੇ ਤੇ ਸਮੇਂ ਦਾ ਮੀਂਹ ਪੈਣ ਦੀ ਲੋੜ ਹੈ, ਸਮੇਂ ਦਾ ਚੱਕਰ ਚੱਲਣ ਦੀ ਲੋੜ ਹੈ। ਰਹਿਤ ਨਹੀਂ ਦਿਨ ਚਾਰ, ਇਹ ਤੇਰੀ ਦੇਹੀ ਨੇ 4 ਦਿਨ ਵੀ ਕਾਲ ਦੇ ਅੱਗੇ ਕੋਈ ਨਹੀਂ ਉਹ ਖੜਨਾ, ਝਾਟੇ ਨੇ ਕਿਰ ਜਾਣਾ। ਤੇ ਕਿਉਂ ਇਹ ਸਰੀਰ ਨੂੰ ਲਿੰਬਣ ਪੋਚਣ ਵਿੱਚ ਲੱਗਾ ਹੋਇਆ, ਸਰੀਰ ਨੂੰ ਸ਼ਿੰਗਾਰਨ ਵਿੱਚ ਲੱਗਾ ਹੋਇਆ, ਸੋਹਣਾ ਬਣਾਉਣ ਦੇ ਚੱਕਰ ਵਿੱਚ ਪਿਆ ਹੋਇਆ। ਬਣਾਉਂਦਾ ਵੀ ਉਹਨੂੰ ਪਿਆ ਹੈ ਜਿਸ ਨੇ ਮੁੱਕ ਜਾਣਾ, ਖਤਮ ਹੋ ਜਾਣਾ ਹੈ। ਇਸ ਕਰਕੇ ਹੋਸ਼ ਕਰ, ਬੰਦਗੀ ਕਰ, ਤੇਰਾ ਭਲਾ ਹੋ ਜਾਏਗਾ। ਤੈਸੇ ਹੀ ਇਹ ਸੁਖ ਮਾਇਆ ਕੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਇਆ ਦੇ ਸੁਖ ਭਾਈ 4 ਦਿਹਾੜੇ ਦੇਣੇ, 4 ਕੁ ਦਿਨਾਂ ਦੇ। ਕੰਧ ਬਣਾਈ ਹੈ ਨਾ ਰੇਤਾ ਦੀ, ਤੇ ਬੰਦਾ ਆਖੇ ਵੀ ਇਹ 100 ਸਾਲ ਰਵੇਗੀ, ਨਹੀਂ, 4 ਕੁ ਦਿਨ ਇਹ ਕੰਧ ਨੇ ਕਿਰ ਜਾਣਾ ਹੈ। ਇਹ ਮਾਇਆ ਇਕੱਠੀ ਕੀਤੀ ਨਾ, ਖਜ਼ਾਨੇ ਭਰੇ, ਸੋਚਦਾ ਹੈ ਮੈਂ ਨਜ਼ਾਰੇ ਲਵਾਂਗਾ, ਮੇਰਾ ਪੁੱਤਰ ਫਿਰ ਲਵੇਗਾ, ਪੋਤਰਾ ਪੜਪੋਤਰਾ, ਅੱਗੇ ਤੋਂ ਅੱਗੇ ਸਾਰੇ ਜਾਣੇ ਅਸੀਂ ਆਨੰਦ ਲਵਾਂਗੇ। ਪਰ ਮਹਾਰਾਜ ਕਹਿਣ ਲੱਗੇ ਰਹਿਤ ਨਹੀਂ ਦਿਨ ਚਾਰ, ਇਹ ਮਾਇਆ ਤੇ 4 ਕੁ ਦਿਨਾਂ ਦੀ ਮਹਿਮਾਨ ਹੈ। ਹੋ ਸਕਦਾ ਤੇਰੇ ਜਿਉਂਦਿਆਂ ਤੇਰਾ ਸਾਥ ਛੱਡ ਜਾਵੇ, ਮਰਨ ਤੋਂ ਬਾਅਦ ਤੇ ਛੱਡ ਹੀ ਜਾਣਾ ਹੈ। ਤੈਸੇ ਹੀ ਇਹ ਸੁਖ ਮਾਇਆ ਕੇ। ਮਾਇਆ ਦੇ ਸੁਖ ਲੈਣ ਵਾਸਤੇ ਅਸੀਂ ਦੌੜਦੇ ਹਾਂ, ਦਿਨੇ ਰਾਤ ਕੰਮ ਕਿਉਂ ਕਰਦੇ ਹਾਂ, ਭੱਜ ਨੱਸ ਕਿਉਂ ਕਰਦੇ ਹਾਂ, ਦਿਨੇ ਰਾਤ ਕੰਮ ਵਿੱਚ ਕਿਉਂ ਖੱਚਤ ਹੋ ਗਏ। ਮਾਇਆ ਬਹੁਤੀ ਕੋਲ ਹੋਵੇਗੀ ਤੇ ਬਹੁਤੇ ਸੁਖ ਮਿਲਣਗੇ। ਮਹਾਰਾਜ ਕਹਿੰਦੇ ਤੇਰੇ ਮਨ ਦਾ ਭੁਲੇਖਾ ਪੈ ਗਿਆ, ਭਰਮ ਪੈ ਗਿਆ। ਇਹ ਸੁਖ ਨਾ ਹੀ ਰੇ ਹਰ ਭਗਤ ਬਿਨਾ, ਰੱਬ ਦੀ ਭਗਤੀ ਬਿਨਾ ਸੁਖ ਹੈ ਹੀ ਨਹੀਂ। ਸੁਖ ਮਿਲੇਗਾ ਤੇ ਬੰਦਗੀ ਦੇ ਨਾਲ ਮਿਲੇਗਾ। ਸੁਖ ਨਾ ਹੀ ਬਹੁਤੇ ਧਨ ਖਾਟੇ, ਇਹ ਗੁਰਬਾਣੀ ਦਾ ਮਹਾਵਾਕ ਹੈ। ਜਿੰਨਾ ਮਰਜ਼ੀ ਧਨ ਇਕੱਠਾ ਕਰਕੇ ਆਪਣੇ ਕੋਲ ਰੱਖ ਲਾ, ਸੁਖ ਨਾ ਹੀ ਬਹੁਤੇ ਧਨ ਖਾਟੇ। ਜਿੰਨੀ ਮਰਜ਼ੀ ਖੱਟੀ ਕਮਾਈ ਕਰਕੇ ਧਨ ਇਕੱਠਾ ਕਰੇਗਾ, ਸੁਖ ਨਹੀਂ ਮਿਲੇਗਾ। ਸੁਖ ਨਾ ਹੀ ਰੇ ਹਰ ਭਗਤ ਬਿਨਾ, ਰੱਬ ਦੀ ਭਗਤੀ ਬਿਨਾ ਸੁਖ ਨਹੀਂ ਮਿਲਦਾ। ਪਰ ਮਨੁੱਖ ਇਹ ਸੋਚਦਾ ਹੈ ਕਿ ਸ਼ਾਇਦ ਮਾਇਆ ਇਕੱਠੀ ਹੋਵੇ ਤੇ ਸੁਖ ਮਿਲੇਗਾ। ਮਹਾਰਾਜ ਕਹਿਣ ਲੱਗੇ ਤੈਸੇ ਹੀ ਇਹ ਸੁਖ ਮਾਇਆ ਕੇ। ਇਹ ਮਾਇਆ ਦੇ ਸੁਖ ਤੇ ਰੇਤਾ ਦੀ ਕੰਧ ਵਾਂਗ ਨੇ। ਨਾ ਰੇਤਾ ਦੀ ਕੰਧ ਸਦਾ ਰਹਿਣੀ ਹੈ, ਨਾ ਇਹ ਦੁਨੀਆ ਦੇ ਪਦਾਰਥ ਤੇਰੇ ਕੋਲ ਰਹਿਣੇ ਹਨ। ਉਰਜਿਓ ਕਹਾ ਗਵਾਰ। ਗਵਾਰ ਕਹਿੰਦੇ ਨੇ ਮੂਰਖ ਨੂੰ। ਹੁਣ ਸਿਆਣੇ ਬਿਆਣੇ ਬੰਦੇ ਨੂੰ ਆਪਾਂ ਮੂਰਖ ਕਹੀਏ ਤੇ ਗੁੱਸਾ ਤੇ ਕਰੇਗਾ ਨਾ। ਕਿਸੇ ਚੰਗੇ ਭਲੇ ਆਦਮੀ ਨੂੰ ਬੁਲਾਉਣ ਲੱਗਿਆ ਆਖੀ ਉਹ ਮੂਰਖਾ ਇੱਧਰ ਆ, ਤੇ ਉਹ ਗੁੱਸਾ ਕਰੇਗਾ, ਤੂੰ ਮੈਨੂੰ ਬੁਲਾਉਣਾ ਤੇ ਨਾ ਬੁਲਾ, ਪਰ ਮੈਨੂੰ ਮੂਰਖ ਨਾ ਕਹਿ। ਮੈਂ ਤੈਨੂੰ ਕਿਹੜੇ ਬੰਨਿਓ ਮੂਰਖ ਲੱਗਦਾ ਹਾਂ? ਕੋਈ ਇਹ ਸ਼ਬਦ ਸੁਣਨ ਵਾਸਤੇ ਤਿਆਰ ਨਹੀਂ ਹੈ, ਆਪਣੇ ਆਪ ਨੂੰ ਮੂਰਖ ਕਹਾਉਣ ਵਾਸਤੇ ਤਿਆਰ ਨਹੀਂ ਹੈ। ਪਰ ਮਹਾਰਾਜ ਕਹਿਣ ਲੱਗੇ ਜਿਹੜਾ ਮਾਇਆ ਨੂੰ ਇਕੱਠੀ ਕਰਕੇ ਤੇ ਸੁੱਖ ਲੈਣ ਦੇ ਸੁਪਨੇ ਪਾਲੀ ਬੈਠਾ ਹੈ, ਉਸ ਨੂੰ ਅਸੀਂ ਗਵਾਰ ਆਖਿਆ, ਮੂਰਖ ਆਖਿਆ ਹੈ। ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ। ਐ ਗਵਾਰ ਮੂਰਖਾ, ਕਿਉਂ ਤੂੰ ਇਸ ਵਿੱਚ ਫਸ ਗਿਆ ਵੀ ਮੈਨੂੰ ਇਹ ਮਾਇਆ ਸੁਖ ਦੇਵੇਗੀ? ਜੇ ਮਾਇਆ ਸੁਖ ਦਿੰਦੀ ਤੇ ਰਾਜੇ ਮਹਾਰਾਜੇ ਮੰਗਦੇ ਨਾ ਦੁਨੀਆ ਵੇਖਦੀ। ਦੁਨੀਆ ਦਾ ਇਤਿਹਾਸ ਪੜ੍ਹੋ, ਵੱਡੇ ਵੱਡੇ ਰਾਜੇ ਮੰਗਤੇ ਬਣ ਕੇ ਮੰਗਦੇ ਹੋਏ ਲੋਕਾਂ ਨੇ ਵੇਖੇ। ਵੱਡੇ ਵੱਡੇ ਰਾਜੇ ਜਾਣ ਦੀ ਭਿੱਖਿਆ ਮੰਗਦੇ ਹੋਏ ਦੇਖੇ। ਮਹਾਰਾਜ ਕਹਿੰਦੇ ਮਨ ਵਿੱਚ ਭਰਮ ਪੈਦਾ ਹੋ ਗਿਆ ਕਿ ਮੈਨੂੰ ਸੁਖ ਦੇਵੇਗੀ, ਨਹੀਂ, ਤੂੰ ਉਲਝ ਗਿਆ, ਇਹਦੇ ਵਿੱਚ ਫਸ ਗਿਆ ਹੈ।
ਇਹ ਗਵਾਰ ਮੂਰਖ ਹੈ, ਇਹਦੇ ਵਿੱਚ ਫਸਣਾ, ਇਹਦੇ ਵਿੱਚੋਂ ਬਾਹਰ ਨਿਕਲਣਾ ਕਰ। ਅਜੋ ਸਮਝ ਕਛ ਬਿਗੜਿਓ ਨਾਹਿਨ। ਫਿਰ ਕਈ ਵਾਰੀ ਕੀ ਹੁੰਦਾ, ਅਸੀਂ ਪਛਤਾਉਂਦੇ ਹਾਂ ਵੀ ਜੇ ਮੈਂ ਆਹ ਕੰਮ ਫਲਾਣੇ ਟਾਈਮ ਤੇ ਨਾ ਕਰਦਾ ਤੇ ਹੋ ਸਕਦਾ ਇਦਾਂ ਨਾ ਹੁੰਦਾ। ਪਿਛਲੇ ਸਾਲ ਮੈਂ ਇਹ ਗਲਤੀ ਨਾ ਕਰਦਾ, ਉਦੋਂ ਪਿਛਲੇ ਸਾਲ ਇਹ ਗਲਤੀ ਨਾ ਕਰਦਾ। ਜਦੋਂ ਸਾਨੂੰ ਮਹਾਰਾਜ ਨੇ ਦਿੱਤਾ ਨਾ ਉਪਦੇਸ਼, ਤੇ ਕਈ ਵਾਰੀ ਸਾਨੂੰ ਇਹ ਹੋ ਜਾਂਦਾ ਹੈ ਵੀ ਜੇ ਅਸੀਂ ਪਹਿਲਾਂ ਨਾਮ ਜਪ ਲੈਂਦੇ ਤੇ ਫਿਰ ਚੰਗਾ ਸੀ। ਨਾਮ ਜਪ ਨਹੀਂ ਸਕੇ, ਸਮਾਂ ਕੱਢ ਲਿਆ ਹੈ, ਬੜਾ ਪਛਤਾਈਦਾ। ਮਹਾਰਾਜ ਕਹਿੰਦੇ ਪਛਤਾ ਨਾ, ਅਜ ਹੂੰ ਸਮਝ ਕੱਛ ਬਿਗੜਿਓ ਨਾਹਨ। ਹੁਣ ਹੀ ਸਮਝ ਜਾ, ਅਜੇ ਕੁਝ ਨਹੀਂ ਵਿਗੜਿਆ। ਪਰਮਾਤਮਾ ਦਾ ਕੀ ਪਤਾ ਹੈ ਉਹਨੇ ਕਦੋਂ ਕਿਰਪਾ ਕਰ ਦੇਣੀ ਹੈ। ਜੇ ਕਿਰਪਾ ਕਰੇ ਤੇ ਇੱਕ ਛਿਣ ਵਿੱਚ ਹੀ ਕਰ ਦੇਵੇ। ਇਹ ਨਾ ਸੋਚ ਵੀ ਉਮਰਾਂ 20 ਸਾਲ ਦੀ ਲੰਘ ਗਈ ਹੈ, 50 ਸਾਲ ਦੀ ਲੰਘ ਗਈ ਹੈ, 70 ਸਾਲ ਦਾ ਹੋ ਗਿਆ, ਮੈਂ ਤੇ ਉਮਰਾਂ ਹੀ ਸਾਰੀ ਕੱਢ ਲਈ ਹੈ, ਹੁਣ ਮੈਂ ਕੀ ਕਰਾਂਗਾ। ਮਹਾਰਾਜ ਕਹਿਣ ਲੱਗੇ ਨਹੀਂ, ਅਜ ਹੂੰ ਸਮਝ ਕੱਛ ਬਿਗੜਿਓ ਨਾਹਨ, ਅਜੇ ਕੁਝ ਨਹੀਂ ਹੋ ਵਿਗੜਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ 72 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਏ। ਇਸ ਉਮਰ ਦੇ ਵਿੱਚ ਆ ਕੇ ਸੇਵਾ ਕਰ ਲਈ, ਨਾਮ ਜਪ ਲਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਮਰਾਂ ਨੂੰ ਲੈ ਕੇ ਰੋ ਨਾ, ਚਿੰਤਾ ਨਾ ਕਰ ਵੀ ਬੜੀ ਵੱਡੀ ਹੋ ਗਈ ਹੈ ਤੇ ਹੁਣ ਮੈਂ ਕੀ ਕਰਾਂਗਾ, ਅਜੇ ਕੁਝ ਨਹੀਂ ਵਿਗੜਿਆ। ਸੋ ਆਗੇ ਸਮਝ ਚੱਲੋ ਨੰਦ ਲਾਲਾ, ਪਾਤਸ਼ਾਹ ਜੋ ਬੀਤੀ ਸੋ ਬੀਤੀ। ਨੰਦ ਲਾਲ ਜੀ ਕਹਿਣ ਲੱਗੇ ਪਿੱਛੇ ਜੋ ਹੋ ਗਿਆ ਉਹ ਤੇ ਮਿੱਟੀ ਪਾ ਦੇ, ਹੁਣ ਉਹਦੇ ਵੱਲ ਵੇਖਣ ਦੀ ਲੋੜ ਨਹੀਂ, ਪਰ ਜਿਹੜਾ ਅੱਗੇ ਸਮਾਂ ਮਿਲਿਆ ਸਮਝ ਕੇ ਪੈਰ ਰੱਖ, ਅੱਗੇ ਕੁਝ ਕਮਾਈ ਕਰ ਲਾ, ਤੇਰਾ ਭਲਾ ਹੋ ਜਾਏਗਾ। ਗੁਰਮੁਖੋ ਸਤਿਗੁਰਾਂ ਦੀ ਬਾਣੀ ਸਾਨੂੰ ਢਹਿੰਦੀ ਕਲਾ ਦਾ ਉਪਦੇਸ਼ ਨਹੀਂ ਦਿੰਦੀ ਹੈ ਕਿ ਪਛਤਾਵਾ ਕਰਦੇ ਰਹੋ ਵੀ ਕੀ ਹੋ ਗਿਆ, ਹੁਣ ਕੀ ਕਰਾਂਗੇ। ਪਿੱਛੇ ਜੋ ਲੰਘ ਗਿਆ ਸੋ ਲੰਘ ਗਿਆ, ਅੱਗੇ ਸਮਝ ਚੱਲੋ, ਅੱਗੇ ਸਮਝ ਕੇ ਚੱਲ ਵੀ ਗਾਂ ਮੈਂ ਕੀ ਕਰਨਾ ਹੈ। ਗਾਹਾਂ ਕੂ ਤਰਾਂਗ ਪਿੱਛਾ ਦੇਖਣਾ ਮੋਹੜਾ, ਮਹਾਰਾਜ ਦੀ ਬਾਣੀ ਦਾ ਬਚਨ ਹੈ। ਪਿੱਛੇ ਮੁੜ ਮੁੜ ਕੇ ਨਾ ਵੇਖ ਵੀ ਪਿਛਲੇ ਸਾਲ ਜਾਂ ਉਦੋਂ ਪਿਛਲੇ ਸਾਲ ਕੀ ਹੋਇਆ, ਅੱਗੇ ਨੂੰ ਪੈਰ ਪੱਟ ਰੱਬ ਦੀ ਬੰਦਗੀ ਵਾਲੇ ਪਾਸੇ ਨੂੰ, ਚੰਗੇ ਪਾਸੇ ਨੂੰ ਚੱਲਣ ਦਾ ਯਤਨ ਕਰ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਅਜ ਹੂੰ ਸਮਝ ਕੱਛ ਬਿਗੜਿਓ ਨਾਹਨ, ਅਜੇ ਤੇਰਾ ਕੁਝ ਨਹੀਂ ਵਿਗੜਿਆ, ਪਛਤਾਵਾ ਨਾ ਕਰ, ਸਗੋਂ ਕਰਮ ਕਰਨਾ ਕਰ। ਭਜਲੇ ਨਾਮ ਮੁਰਾਰ। ਮਹਾਰਾਜ ਨੂੰ ਪੁੱਛਿਆ ਸਤਿਗੁਰੂ ਕੀ ਕਰੀਏ। ਮਹਾਰਾਜ ਕਹਿੰਦੇ ਮੁਰਾਰੀ ਦਾ ਨਾਮ ਜਪ। ਮੁਰਾਰੀ ਨਾਮ ਪਰਮਾਤਮਾ ਦਾ ਹੀ ਹੈ। ਸੋ ਉਹਦਾ ਨਾਮ ਕੀ ਹੈ? ਹਿੰਦੂ ਆਖਦਾ ਰਾਮ ਰਾਮ, ਮੁਸਲਮਾਨ ਆਖਦਾ ਅੱਲਾ, ਸਿੱਖ ਆਖਦਾ ਵਾਹਿਗੁਰੂ। ਇਹ ਨਾਮ ਨੇ ਪਰਮਾਤਮਾ ਦੇ। ਕਹਿੰਦੇ ਭਜ ਲੈ, ਭਜ ਤੋਂ ਭਾਵ ਹੁੰਦਾ ਭਜਨ ਕਰਨਾ। ਸੋ ਇੱਥੇ ਭਜ ਦਾ ਅਰਥ ਭਜਨਾ ਨਹੀਂ ਕਰ ਦੇਣਾ, ਭਜ ਲੈ ਨਾਮ ਮੁਰਾਰ, ਮੁਰਾਰੀ ਦੇ ਨਾਮ ਦਾ ਭਜਨ ਕਰ, ਸਿਮਰਨ ਕਰ। ਅਜ ਹੂੰ ਸਮਝ ਕੱਛ ਬਿਗੜਿਓ ਨਾਹਨ, ਅਜੇ ਕੁਝ ਨਹੀਂ ਵਿਗੜਿਆ, ਅਜੇ ਵੀ ਸਮਾਂ ਹੈ। ਇਹ ਤੇਰਾ ਅਵਸਰ, ਇਹ ਤੇਰੀ ਬਾਰ, ਇਹ ਤੇਰੇ ਕੋਲ ਸਮਾਂ ਮਿਲਿਆ। ਗੁਰਮੁਖਾ ਮੁਰਾਰੀ ਦਾ ਨਾਮ ਜਪ ਲੈ, ਭਗਵਾਨ ਦਾ, ਪਰਮੇਸ਼ਰ ਦਾ, ਗੁਰੂ ਦਾ, ਗੌਡ ਦਾ, ਅੱਲਾ ਦਾ ਨਾਮ ਜਪ। ਜਿੰਨਾ ਜਪਿਆ ਜਾਂਦਾ ਹੈ ਹਜੇ ਸਮਾਂ ਹੈ, तेरा भला हो जाएगा। को नानक निज मत साधन को ਭਾਖਿਓ ਤੋਏ ਪੁਕਾਰ। ਕਿਸੇ ਵਿਅਕਤੀ ਨੂੰ ਕੋਈ ਕਾਮਯਾਬੀ ਮਿਲ ਜਾਵੇ ਨਾ, ਉਹ ਆਪਣਾ ਤਜਰਬਾ ਕਿਸੇ ਨਾਲ ਸ਼ੇਅਰ ਨਹੀਂ ਕਰਦਾ, ਦੱਸਦਾ ਨਹੀਂ ਵੀ ਮੈਨੂੰ ਇੱਥੋਂ ਆ ਕੁਝ ਮਿਲਿਆ। ਜਿਹੜਾ ਬੰਦਾ ਅੱਗੇ ਪੜ੍ਹ ਕੇ ਨਿਕਲ ਗਿਆ ਉਹਨੂੰ ਆਪਣਾ ਤਜਰਬਾ ਕਿਸੇ ਨਾਲ ਸਾਂਝਾ ਨਹੀਂ ਕਰਦਾ। ਇਹ ਇੱਕ ਗੁਰੂ ਹੀ ਹੈ ਜਿਹੜਾ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕਰਦਾ ਹੈ। ਇੱਕ ਅਧਿਆਪਕ ਹੀ ਹੈ ਜਿਹੜਾ ਕੁਰਸੀ ਤੇ ਬੈਠਾ ਹੋਇਆ ਬੱਚੇ ਨੂੰ ਸਿੱਖਿਆ ਦਿੰਦਾ, ਅਕਲ ਦਿੰਦਾ ਹੈ। ਨਹੀਂ ਤੇ ਦੁਨੀਆ ਵਿੱਚ ਕੋਈ ਆਪਣਾ ਤਜਰਬਾ ਸਾਂਝਾ ਕਰਕੇ ਰਾਜੀ ਨਹੀਂ ਹੈ। ਮਹਾਰਾਜ ਕਹਿਣ ਲੱਗੇ ਸੋ ਬਚਨ ਇਹ ਹੈ, ਕਹੋ ਨਾਨਕ ਨਿਜ ਮਤ ਸਾਧਨ ਕੋ। ਜਿਹੜੇ ਸਾਧਨ ਸਾਧ ਨੇ ਨਾ ਮਹਾਂਪੁਰਖ, ਇਹ ਉਹਨਾਂ ਨੇ ਆਪਣੀ ਮਤ ਦਾ ਤਜਰਬਾ ਤੈਨੂੰ ਦੱਸਿਆ। ਜਦੋਂ ਬੰਦਾ ਕਿਸੇ ਵਸਤੂ ਵਿੱਚ ਕਾਮਯਾਬ ਹੋ ਜਾਂਦਾ ਨਾ ਜ਼ਿੰਦਗੀ ਦੇ ਵਿੱਚ, ਉਹ ਫਿਰ ਆਪਣਾ ਤਜਰਬਾ ਆਪਣੇ ਕੋਲ ਰੱਖਦਾ ਹੈ। ਸਤਿਗੁਰੂ ਕਹਿਣ ਲੱਗੇ ਇਹ ਤੈਨੂੰ ਅਸੀਂ ਆਪਣੀ ਜ਼ਿੰਦਗੀ ਦਾ ਤਜਰਬਾ ਦੇ ਕੇ ਚੱਲੇ ਹਾਂ। ਮਾਇਆ ਦੇ ਸੁਖ 4 ਦਿਨ ਦੇ, ਸਰੀਰ